ਸਤਿਕਾਰਯੋਗ ਦਰਸ਼ਕੋ ਅਤੇ ਵਿਦਿਆਰਥੀਓ, ਸੁਰਜਨ ਜੀਰਵੀ ਦੀ ਪੁਸਤਕ ਇਹ ਹੈ 12ਵੀਂ ਸੰਸਾਰ ਵਿਚਲੇ ਪ੍ਰੋਜ਼ ਆ ਜਿਹੜੇ ਉਹਨਾਂ ਉੱਪਰ ਆਪਾਂ ਇੱਕ ਲੈਕਚਰ ਲੜੀ ਤਿਆਰ ਕਰ ਰਹੇ ਸੀ। ਪਿਛਲੇ ਸਮੇਂ ਵਿੱਚ ਕੁਝ ਘਰੇਲੂ ਕਾਰਨਾਂ ਕਰਕੇ ਉਹਨਾਂ ਉੱਪਰ ਵੀਡੀਓ ਲੈਕਚਰ ਤਿਆਰ ਨਹੀਂ ਕੀਤੇ ਗਏ। ਹੁਣ ਬਾਕੀ ਦੇ ਰਹਿੰਦੇ ਨਿਬੰਧਾਂ ਉੱਪਰ ਵੀਡੀਓ ਲੈਕਚਰ ਤਿਆਰ ਕੀਤੇ ਜਾ ਰਹੇ ਹਨ। ਪਹਿਲਾਂ ਦੀ ਤਰ੍ਹਾਂ ਇਹ ਵੀਡੀਓ ਲੈਕਚਰ ਵੀ ਜਾਣਕਾਰੀ ਭਰਪੂਰ ਹੋਣਗੇ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਇਹਨਾਂ ਤੋਂ ਢੁਕਵੇਂ ਰੂਪ ਵਿੱਚ ਫਾਇਦਾ ਉਠਾਓਗੇ ਤੇ ਮੈਂ ਇਹ ਵੀ ਤੁਹਾਡੇ ਤੋਂ ਉਮੀਦ ਰੱਖਦਾ ਹਾਂ ਕਿ ਤੁਸੀਂ ਇਹਨਾਂ ਲੈਕਚਰਾਂ ਬਾਰੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਣਕਾਰੀ ਸਾਂਝੀ ਕਰੋਗੇ ਅਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤਾਂ ਕਿ ਆਉਣ ਵਾਲੇ ਲੈਕਚਰਾਂ ਦੀ ਅਗਾਊਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਆਪਣੇ ਇਸ ਪੁਸਤਕ ਦੇ 7ਵੇਂ ਲੇਖ ਦਾ ਸਿਰਲੇਖ ਪਿਕਾਸੋ ਤੋਂ ਪਰਦਾ ਬਾਰੇ ਅੱਜ ਆਪਾਂ ਚਰਚਾ ਕਰਾਂਗੇ। 2-4 ਲਾਈਨਾਂ ਵਿੱਚ ਜੇਕਰ ਇਸ ਨਿਬੰਧ ਨੂੰ ਕਹਿਣਾ ਹੋਵੇ ਤਾਂ ਉਹ ਇਹ ਹੈ ਕਿ ਸੱਤਾਧਾਰੀ ਤਾਕਤਾਂ ਜਾਂ ਕਾਬਜ਼ ਧਿਰਾਂ ਆਪਣੇ ਝੂਠਾਂ ਦੇ ਸਹਾਰੇ ਲੋਕਾਂ ਨੂੰ ਭਰਮ ਵਿੱਚ ਪਾ ਦਿੰਦੀਆਂ ਹਨ ਅਤੇ ਉਹਨਾਂ ਦੀ ਲੁੱਟ ਕਰਦੀਆਂ ਹਨ ਜਾਂ ਉਹਨਾਂ ਤੇ ਆਪਣਾ ਦਾਅਵਾ ਪਾਉਂਦੀਆਂ ਹਨ ਤੇ ਇਸ ਤਰੀਕੇ ਨਾਲ ਉਹਨਾਂ ਤੇ ਕਾਬਜ਼ ਹੋ ਕੇ ਤੇ ਉਹਨਾਂ ਦੀ ਲੁੱਟ ਕਰਦੀਆਂ ਹਨ। ਤੇ ਉਹਨਾਂ ਤੇ ਕਾਬਜ਼ ਹੋਣ ਲਈ ਜਾਂ ਉਹਨਾਂ ਤੇ ਦਾਅਵਾ ਪਾਉਣ ਲਈ ਉਹਨਾਂ ਦੁਆਰਾ ਬੋਲੇ ਜਾਣ ਵਾਲੇ ਅਖੌਤੀ ਝੂਠਾਂ ਦੇ ਰਸਤੇ ਵਿੱਚ ਜੇ ਕੋਈ ਸੱਚ ਦੀ ਸ਼ਕਤੀ ਰੋੜਾ ਬਣੇ ਤਾਂ ਉਹ ਉਹਨਾਂ ਸ਼ਕਤੀਆਂ ਨੂੰ ਜਾਂ ਉਸ ਸ਼ਕਤੀ ਨੂੰ ਆਪਣੇ ਅਖੌਤੀ ਪਰਦੇ ਨਾਲ ਢੱਕ ਦਿੰਦੇ ਹਨ। ਪਿਕਾਸੋ ਤੋਂ ਪਰਦਾ ਨਿਬੰਧ ਵਿੱਚ ਅਮਰੀਕਾ ਦੀਆਂ ਉਹਨਾਂ ਸਾਜ਼ਿਸ਼ਾਂ ਤੋਂ ਪਰਦਾ ਹਟਾਇਆ ਗਿਆ ਹੈ ਜਿਨ੍ਹਾਂ ਸਾਜ਼ਿਸ਼ਾਂ ਦੇ ਤਹਿਤ ਉਹ ਇਰਾਕ ਦੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ। ਇਸ ਨਿਬੰਧ ਵਿੱਚ ਪਿਕਾਸੋ ਤੋਂ ਬਿਨਾਂ 2-3 ਹੋਰ ਚਿੱਤਰਕਾਰਾਂ ਦੀ ਚਰਚਾ ਵੀ ਕੀਤੀ ਗਈ ਹੈ ਜਿਹੜੇ ਚਿੱਤਰਕਾਰ ਸ਼ਾਂਤੀ ਦੇ ਪ੍ਰਤੀਕ ਵਜੋਂ ਆਪਣੀਆਂ ਪੇਂਟਿੰਗਸ ਬਣਾਉਂਦੇ ਹਨ ਅਤੇ ਉਹ ਵਿਸ਼ਵ ਸ਼ਾਂਤੀ ਦੇ ਮੁਦਈ ਹਨ। ਉਹ ਆਪਣੀਆਂ ਪੇਂਟਿੰਗਸ ਨਾਲ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦਿੰਦੇ ਹਨ ਅਤੇ ਨਾਲ ਹੀ ਉਹ ਵੱਖ-ਵੱਖ ਦੇਸ਼ਾਂ ਦੇ ਉੱਚ ਅਧਿਕਾਰੀਆਂ ਨੂੰ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਯੁੱਧ ਵਿੱਚ ਇੱਕ ਦੇਸ਼ ਦੂਸਰੇ ਦੇਸ਼ ਤੋਂ ਹਾਰ ਜਾਂਦਾ ਹੈ ਜਾਂ ਇੱਕ ਦੂਸਰਾ ਦੇਸ਼ ਕਿਸੇ ਹੋਰ ਦੇਸ਼ ਤੋਂ ਜਿੱਤ ਵੀ ਸਕਦਾ ਹੈ, ਪਰ ਬੁਨਿਆਦੀ ਰੂਪ ਵਿੱਚ ਇਸ ਯੁੱਧ ਵਿੱਚ ਆਮ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਹੁੰਦਾ ਹੈ, ਉਹਨਾਂ ਦਾ ਸੱਤਿਆਨਾਸ਼ ਹੁੰਦਾ ਹੈ, ਉਹਨਾਂ ਦੇ ਘਰ ਨਸ਼ਟ ਹੋ ਜਾਂਦੇ ਹਨ ਤੇ ਜਿਹੜੇ ਰਾਜ ਨੇ ਉਹ ਅਜਿਹੀਆਂ ਰਾਜਨੀਤਿਕ ਚਾਲਾਂ ਚੱਲਦੇ ਹਨ ਜਿਨ੍ਹਾਂ ਚਾਲਾਂ ਨਾਲ ਉਹ ਇੱਕ ਦੂਜੇ ਦੇਸ਼ਾਂ ਉੱਪਰ ਆਪਣਾ ਗਲਬਾ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਨਿਬੰਧ ਦੀ ਸ਼ੁਰੂਆਤ ਉਸ ਘਟਨਾ ਤੋਂ ਹੁੰਦੀ ਹੈ ਜਿਸ ਬਾਰੇ ਇਹ ਮਸ਼ਹੂਰ ਹੈ ਕਿ ਇਸ ਘਟਨਾ ਤੋਂ ਬਾਅਦ ਅਮਰੀਕਾ ਨੇ ਇਰਾਕ ਉੱਤੇ ਹਮਲਾ ਕਰਨ ਬਾਰੇ ਸੋਚਿਆ। ਅਮਰੀਕਾ ਦਾ ਵਿਦੇਸ਼ ਸਕੱਤਰ ਕੋਲਨ ਪਾਵਲ ਜਦੋਂ ਸੁਰੱਖਿਆ ਕੌਂਸਲ ਵਿੱਚ ਇਰਾਕ ਬਾਰੇ ਜਿਸ ਰਿਪੋਰਟ ਵਿੱਚ ਉਹਨਾਂ ਉੱਤੇ ਦੋਸ਼ ਲਗਾਏ ਗਏ ਹਨ, ਇਸ ਕਰਕੇ ਇਸ ਨੂੰ ਦੋਸ਼ ਪੱਤਰ ਹੀ ਕਿਹਾ ਜਾ ਸਕਦਾ ਹੈ। ਸੋ ਇਸ ਦੋਸ਼ ਪੱਤਰ ਨੂੰ ਪੇਸ਼ ਕਰਦਾ ਹੈ ਤਾਂ ਕੌਂਸਲ ਦੀ ਇਮਾਰਤ ਵਿੱਚ ਲੱਗੀ ਪਾਬਲੋ ਪਿਕਾਸੋ ਦੀ ਜੰਗ ਵਿਰੋਧੀ ਪੇਂਟਿੰਗ ਗੁਏਰਨਿਕਾ ਉੱਪਰ ਇੱਕ ਤਰ੍ਹਾਂ ਨਾਲ ਪਰਦਾ ਪਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਲੁਕੋ ਦਿੱਤਾ ਜਾਂਦਾ ਹੈ ਤੇ ਇਹ ਤਾਂ ਕੀਤਾ ਜਾਂਦਾ ਹੈ ਕਿਉਂਕਿ ਇੱਕ ਪਾਸੇ ਕੋਲਨ ਇਰਾਕ ਬਾਰੇ ਝੂਠੀ ਰਿਪੋਰਟ ਪੇਸ਼ ਕਰਕੇ ਯੁੱਧ ਛੇੜਨ ਦਾ ਚਾਹਵਾਨ ਹੈ ਤਾਂ ਕਿ ਉਹ ਇਰਾਕ ਉੱਪਰ ਆਪਣਾ ਦਾਅਵਾ ਸਥਾਪਿਤ ਕਰ ਸਕਣ ਅਤੇ ਅਜਿਹੇ ਝੂਠ ਨੂੰ ਅੰਜਾਮ ਦੇਣ ਲਈ ਪਿਕਾਸੋ ਦੀ ਜੰਗ ਵਿਰੋਧੀ ਪੇਂਟਿੰਗ ਉੱਪਰ ਪਰਦਾ ਪਾ ਦਿੱਤਾ ਜਾਂਦਾ ਹੈ ਕਿਉਂਕਿ ਇਹ ਪੇਂਟਿੰਗ ਉਹਨਾਂ ਦੀ ਇਸ ਕਾਰਵਾਈ ਦੇ ਖਿਲਾਫ ਸੀ। ਇਹ ਪੇਂਟਿੰਗ ਸ਼ਾਂਤੀ ਦਾ ਸੁਨੇਹਾ ਦੇ ਰਹੀ ਸੀ ਤੇ ਜੇਕਰ ਉਹ ਇਸ ਪੇਂਟਿੰਗ ਨੂੰ ਨਹੀਂ ਢੱਕਦੇ ਸਨ ਤਾਂ ਉਹ ਆਪਣੇ ਹੀ ਖਿਲਾਫ ਜਾ ਰਹੇ ਸਨ। ਸੁਰਜਨ ਜੀਰਵੀ ਇਹ ਦੱਸਦਾ ਹੈ ਕਿ ਭਾਵੇਂ ਉਹਨਾਂ ਨੇ ਇਹ ਪੇਂਟਿੰਗ ਢੱਕ ਦਿੱਤੀ ਪਰ ਇਸ ਦੇ ਬਾਵਜੂਦ ਆਮ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਅਤੇ ਉਹਨਾਂ ਨੇ ਪਾਬਲੋ ਪਿਕਾਸੋ ਦੀ ਇਸ ਪੇਂਟਿੰਗ ਦੇ ਪ੍ਰਿੰਟ ਕੱਢ ਕੇ ਇਸ ਨੂੰ ਹੱਥਾਂ ਵਿੱਚ ਫੜ ਕੇ ਜ਼ੋਰਦਾਰ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਕੇਵਲ ਇਹ ਪੇਂਟਿੰਗ ਹੀ ਨਹੀਂ ਸਗੋਂ ਦੁਨੀਆ ਦੀਆਂ ਸਾਰੀਆਂ ਪੇਂਟਿੰਗਸ ਜਿਹੜੀਆਂ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਹਨ ਉਹਨਾਂ ਪੇਂਟਿੰਗਸ ਨੂੰ ਉਹਨਾਂ ਨੇ ਆਪਣੇ ਹੱਥ ਵਿੱਚ ਲਿਆ ਅਤੇ ਇਰਾਕ ਨੂੰ ਬਚਾਉਣ ਵਾਸਤੇ ਅੱਗੇ ਆਏ। ਅਸਲ ਵਿੱਚ ਉਹ ਕੇਵਲ ਇਰਾਕ ਨੂੰ ਬਚਾਉਣ ਵਾਸਤੇ ਹੀ ਇਹ ਵਿਰੋਧ ਨਹੀਂ ਕਰਦੇ ਸਨ, ਸਗੋਂ ਉਹ ਦੁਨੀਆ ਵਿੱਚ ਜੰਗਬੰਦੀ ਕਰਨਾ ਚਾਹੁੰਦੇ ਸਨ, ਮਤਲਬ ਜੰਗ ਨੂੰ ਰੋਕਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਇਸ ਧਰਤੀ ਉੱਪਰ ਕੋਈ ਵੀ ਦੇਸ਼ ਦੂਸਰੇ ਦੇਸ਼ ਨਾਲ ਜੰਗ ਨਾ ਛੇੜੇ, ਇਸ ਨਾਲ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ। ਆਪਾਂ ਇੱਥੇ ਇੱਕ ਪੈਰਾ ਪੜਾਂਗੇ ਜਿਸ ਪੈਰੇ ਤੋਂ ਸਾਨੂੰ ਪਤਾ ਲੱਗ ਜੂਗਾ ਕਿ ਕਿਉਂ ਇਸ ਪੇਂਟਿੰਗ ਨੂੰ ਉਸ ਦੋਸ਼ ਪੱਤਰ ਦੇ ਪੇਸ਼ ਕਰਨ ਸਮੇਂ ਢਕਿਆ ਗਿਆ। ਕੀ ਇਸ ਚਿੱਤਰ ਨੂੰ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਇਹ ਸੋਚ ਕੇ ਢਕਣਾ ਜ਼ਰੂਰੀ ਸਮਝਿਆ ਕਿ ਜਦੋਂ ਝੂਠ ਪ੍ਰਧਾਨਗੀ ਕਰ ਰਿਹਾ ਹੋਵੇ ਤਾਂ ਉਚਿਤ ਇਹੀ ਹੈ ਕਿ ਸੱਚ ਦੀ ਪੁਕਾਰ ਨੂੰ ਇਸ ਕੂੜ ਨਾਟਕ ਦਾ ਹਿੱਸਾ ਨਾ ਬਣਨ ਦਿੱਤਾ ਜਾਏ। ਹੋ ਸਕਦਾ ਹੈ ਗੁਏਰਨਿਕਾ ਨੂੰ ਢਕਣ ਦਾ ਫੈਸਲਾ ਵਾਸ਼ਿੰਗਟਨ ਦੇ ਇਸ਼ਾਰੇ ਉੱਤੇ ਕੀਤਾ ਗਿਆ ਹੋਵੇ, ਇਸ ਲਈ ਕਿ ਬੁਸ਼ ਪ੍ਰਸ਼ਾਸਨ ਨੂੰ ਇਸ ਵਿੱਚੋਂ ਆਪਣੇ ਮਨਸੂਬਿਆਂ ਦੇ ਨਿਕਲਣ ਵਾਲੇ ਘ੍ਰਿਣਿਤ
ਨਤੀਜਿਆਂ ਦੀ ਨਿਖੇਧੀ ਨਜ਼ਰ ਆਉਂਦੀ ਹੋਵੇ, ਜਿਹੜੀ ਨਿਰਸੰਦੇਹ ਹੈ ਵੀ। ਇਹ ਚਿੱਤਰ ਜਿਸ ਵਿੱਚ ਅੰਤਾਂ ਦੀ ਪੀੜ ਹੈ, ਬਿਹਬਲਤਾ ਦੇ ਨਪੀੜੇ ਹੋਏ ਚਿਹਰੇ, ਉਗੜ ਦੁਗੜੀ ਹਾਲਾਤ ਵਿੱਚ ਖਿਲਰੇ ਹੋਏ ਅਣਪਛਾਤੇ ਆਕਾਰ, ਤੜਪ ਰਹੇ ਖੰਡਿਤ ਮਨੁੱਖੀ ਅੰਗਾਂ ਤੇ ਕੁਲੈਣੀਆਂ ਸ਼ਕਲਾਂ ਵਿੱਚ ਵਟੇ ਹੋਏ ਅਖਬਾਰਾਂ ਦੇ ਵਰਕੇ ਨਜ਼ਰ ਆਉਂਦੇ ਹਨ। ਪਾਬਲੋ ਪਿਕਾਸੋ ਨੇ ਇੱਕ ਅਜਿਹੇ ਖੂਨੀ ਸਾਕੇ ਪ੍ਰਤੀ ਆਪਣਾ ਰੋਸ ਅਤੇ ਸਦਮਾ ਪ੍ਰਗਟਾਉਣ ਲਈ ਸਿਰਜਿਆ ਸੀ, ਜਿਹੜਾ 20ਵੀਂ ਸਦੀ ਦੇ ਤੀਸਰੇ ਦਹਾਕੇ ਦੇ ਮਗਰਲੇ ਅੱਧ ਵਿੱਚ ਸਪੇਨ ਦੀ ਖਾਨਾ ਜੰਗੀ ਸਮੇਂ ਵਾਪਰਿਆ ਸੀ। ਇਸ ਚਿੱਤਰ ਨੂੰ ਮੁਕੰਮਲ ਕਰਨ ਲਈ ਪਿਕਾਸੋ ਨੇ 45 ਵਾਰ ਇਸ ਦੇ ਵੱਖੋ ਵੱਖਰੇ ਖਾਕੇ ਤਿਆਰ ਕੀਤੇ ਸਨ। ਸੋ ਪਾਬਲੋ ਪਿਕਾਸੋ ਦੀ ਇਸ ਪੇਂਟਿੰਗ ਵਿੱਚ ਜੰਗ ਦੇ ਨੁਕਸਾਨ ਅਤੇ ਦੁਸ਼ਵਾਰੀਆਂ ਦਾ ਚਿਤਰਣ ਕੀਤਾ ਗਿਆ ਹੈ। ਇਸ ਪੇਂਟਿੰਗ ਅਨੁਸਾਰ ਯੁੱਧ ਵਿੱਚ ਭਾਵੇਂ ਇੱਕ ਦੇਸ਼ ਜਿੱਤਦਾ ਹੈ ਤੇ ਭਾਵੇਂ ਹਾਰਦਾ ਹੈ, ਪਰ ਯੁੱਧ ਵਿੱਚ ਆਮ ਮਨੁੱਖ ਦਾ ਕੇਵਲ ਨਾਸ਼ ਹੁੰਦਾ ਹੈ, ਉਹਨਾਂ ਦਾ ਘਾਣ ਹੁੰਦਾ ਹੈ। ਮਨੁੱਖ ਬਰਬਾਦ ਹੁੰਦੇ ਹਨ, ਉਹਨਾਂ ਦੇ ਪਰਿਵਾਰਕ ਮੈਂਬਰ ਮਰ ਜਾਂਦੇ ਹਨ, ਉੱਜੜ ਜਾਂਦੇ ਹਨ, ਉਹਨਾਂ ਦੇ ਘਰ ਨਸ਼ਟ ਹੋ ਜਾਂਦੇ ਹਨ। ਮਨੁੱਖ ਦੇ ਅਜਿਹੇ ਦਰਦ ਨੂੰ ਪੇਸ਼ ਕਰਦੀ ਇਹ ਪੇਂਟਿੰਗ ਇਹ ਵੀ ਦੱਸ ਰਹੀ ਹੈ ਕਿ ਯੁੱਧ ਦਾ ਅਸਰ ਕੇਵਲ ਮਨੁੱਖ ਤੇ ਹੀ ਨਹੀਂ, ਸਗੋਂ ਸਮੁੱਚੀ ਕਾਇਨਾਤ ਅਤੇ ਜਾਨਵਰਾਂ ਤੇ ਵੀ ਪੈਂਦਾ ਹੈ। ਇਸ ਪੇਂਟਿੰਗ ਵਿੱਚ ਇੱਕ ਘੋੜਾ ਵਿਲਕਦਾ ਦਿਖਾਈ ਦਿੰਦਾ ਹੈ। ਸੋ ਅਜਿਹੀ ਪੇਂਟਿੰਗ ਜਿਹੜੀ ਜੰਗ ਦੇ ਦਰਦਨਾਕ ਹਾਲਾਤ ਨੂੰ ਪੇਸ਼ ਕਰ ਰਹੀ ਹੋਵੇ ਅਤੇ ਸ਼ਾਂਤੀ ਦਾ ਸੁਨੇਹਾ ਦੇ ਰਹੀ ਹੋਵੇ। ਕੋਲਿਨ ਪਾਵਲ ਦੁਆਰਾ ਇਰਾਕ ਖਿਲਾਫ ਦੋਸ਼ ਪੱਤਰ ਪੇਸ਼ ਕਰਨ ਅਤੇ ਇਰਾਕ ਖਿਲਾਫ ਜੰਗ ਖੋਲ੍ਹਣ ਬਾਰੇ ਆਪਣੇ ਵਿਚਾਰ ਪੇਸ਼ ਕਰਨ ਸਮੇਂ ਪੇਸ਼ ਹੋਣਾ, ਪ੍ਰਦਰਸ਼ਿਤ ਹੋਣਾ ਚੰਗਾ ਨਹੀਂ ਸੀ। ਇਸ ਕਰਕੇ ਇਸ ਪੇਂਟਿੰਗ ਨੂੰ ਢੱਕ ਦਿੱਤਾ ਗਿਆ। ਇਸ ਪੇਂਟਿੰਗ ਨੂੰ ਬਣਾਉਣ ਲਈ ਸਪੇਨ ਦੀ ਖਾਨਾ ਜੰਗੀ ਬਾਰੇ ਇਹ ਚਰਚਾ ਹੈ ਕਿ ਇਸ ਜੰਗ ਵਿੱਚ ਇੱਕ ਪਾਸੇ ਫਾਸਿਸਟ ਜਰਨੈਲ ਫਰਾਂਕੋ ਦੇ ਹਥਿਆਰਬੰਦ ਦਸਤੇ ਸਨ ਅਤੇ ਦੂਸਰੇ ਪਾਸੇ ਸਪੇਨ ਦੇ ਉਹ ਲੋਕ ਸਨ ਜਿਹੜੇ ਦੇਸ਼ ਨੂੰ ਫਾਸਿਜ਼ਮ ਤੋਂ ਬਚਾਉਣ ਲਈ ਲੜ ਰਹੇ ਸਨ। ਤਾਂ 1937 ਦੀ ਅਪ੍ਰੈਲ 27 ਨੂੰ ਹਿਟਲਰ ਵੱਲੋਂ ਫਰਾਂਕੋ ਦੀ ਹਮਾਇਤ ਲਈ ਭੇਜੇ ਬੰਬਾਰ ਜਹਾਜ਼ਾਂ ਨੇ ਸਪੇਨ ਦੇ ਬਾਸਕ ਖੇਤਰ ਦੇ ਪਿੰਡ ਗੁਇਰਨਿਕਾ ਉੱਤੇ ਇੰਨੀ ਭਿਆਨਕ ਬੰਬਾਰੀ ਕੀਤੀ ਸੀ ਕਿ ਇਸ ਦੀ 7000 ਦੀ ਆਬਾਦੀ ਵਿੱਚੋਂ 1/4 ਲੋਕ ਮਾਰੇ ਗਏ ਸਨ ਅਤੇ ਅਣਗਿਣਤ ਹੋਰ ਜ਼ਖਮੀ ਹੋਏ ਸਨ। ਮਰਨ ਵਾਲੇ 1600 ਲੋਕਾਂ ਵਿੱਚੋਂ ਬਹੁਤੇ ਬੱਚੇ ਅਤੇ ਇਸਤਰੀਆਂ ਸਨ। ਇਹ ਸਾਕਾ ਅਸਲ ਵਿੱਚ ਦੂਸਰੀ ਸੰਸਾਰ ਜੰਗ ਦੀ ਭੂਮਿਕਾ ਹੀ ਸੀ। ਇਹ ਇਸ ਗੱਲ ਦੀ ਪਹਿਲੀ ਖੌਫਨਾਕ ਨਿਸ਼ਾਨੀ ਸੀ ਕਿ ਹਿਟਲਰ ਦੁਨੀਆ ਵਿੱਚ ਕੀ ਕਰਨ ਵਾਲਾ ਹੈ। ਦੁੱਖ ਦੀ ਗੱਲ ਇਹ ਸੀ ਕਿ ਜਦੋਂ ਹਿਟਲਰ ਸਪੇਨ ਵਿੱਚ ਫਰਾਂਕੋ ਦੀ ਖੁੱਲ੍ਹੇਆਮ ਮਦਦ ਕਰ ਰਿਹਾ ਸੀ ਤਾਂ ਪੱਛਮੀ ਤਾਕਤਾਂ ਸਪੇਨ ਵਿੱਚ ਪਿੱਠ ਮੋੜ ਕੇ ਬੈਠ ਗਈਆਂ ਸਨ। ਹਾਲਾਂਕਿ ਸਪੇਨ ਗਣਰਾਜ ਤੇ ਇਸ ਦੇ ਲੋਕਾਂ ਦੇ ਹੱਕ ਵਿੱਚ ਦੁਨੀਆ ਭਰ ਵਿੱਚੋਂ ਜ਼ਬਰਦਸਤ ਆਵਾਜ਼ ਉੱਠ ਰਹੀ ਸੀ। ਗੁਇਰਨਿਕਾ ਬਾਰੇ ਇੱਕ ਹੋਰ ਵਿਚਾਰ ਹੈ ਕਿ ਹਿਟਲਰ ਦੇ ਬੰਬਾਰ ਜਹਾਜ਼ਾਂ ਨੇ ਗੁਇਰਨਿਕਾ ਨੂੰ ਨਿਸ਼ਾਨਾ ਬਣਾਇਆ, ਹਾਲਾਂਕਿ ਇਸ ਦੀ ਕੋਈ ਸੈਨਿਕ ਮਹੱਤਤਾ ਨਹੀਂ ਸੀ। ਇਸ ਪਿੰਡ ਦੇ ਨੇੜੇ ਹੀ ਸੈਨਿਕ ਬੈਰਕਾਂ ਸਨ ਅਤੇ ਗੋਲਾ ਬਰੂਦ ਬਣਾਉਣ ਵਾਲੀ ਇੱਕ ਫੈਕਟਰੀ ਵੀ ਇਸ ਤੋਂ ਬਹੁਤੀ ਦੂਰ ਨਹੀਂ ਸੀ, ਪਰ ਬੰਬਾਰ ਜਹਾਜ਼ਾਂ ਨੇ ਇਹਨਾਂ ਵਿੱਚੋਂ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ। ਇੰਜ ਜਾਪਦਾ ਹੈ ਜਿਵੇਂ ਹਿਟਲਰ ਦੇ ਬੰਬਾਰ ਜਹਾਜ਼ ਗਿਣ ਮਿਥ ਕੇ ਆਏ ਸਨ ਕਿ ਸਪੇਨ ਦੇ ਲੋਕਾਂ ਨੂੰ ਦੱਸਿਆ ਜਾਏ ਕਿ ਫਰਾਂਕੋ ਦਾ ਵਿਰੋਧ ਕਰਨ ਦੇ ਕੀ ਨਤੀਜੇ ਭੁਗਤਣੇ ਪੈ ਸਕਦੇ ਹਨ। ਗੁਇਰਨਿਕਾ ਪਿੰਡ ਦੇ ਲੋਕਾਂ ਦੀ ਦੀਰਘ ਵੇਦਨਾ ਨੂੰ ਦਰਸਾਉਂਦਾ ਪਾਬਲੋ ਪਿਕਾਸੋ ਦਾ ਸ਼ਕਤੀਸ਼ਾਲੀ ਚਿੱਤਰ ਅੰਤ ਨੂੰ ਜੰਗਬਾਜ਼ਾਂ ਦੇ ਖਿਲਾਫ ਮਾਨਵ ਗੁੱਸੇ ਤੇ ਘਿਰਣਾ ਦਾ ਵਿਸ਼ਵ ਚਿੰਨ੍ਹ ਬਣ ਗਿਆ। ਇਹ ਸੀ ਪਾਬਲੋ ਪਿਕਾਸੋ ਦੀ ਪੇਂਟਿੰਗ ਗੁਇਰਨਿਕਾ ਦਾ ਪਿਛੋਕੜ, ਭਾਵ ਇਸ ਪੇਂਟਿੰਗ ਨੇ ਕਿੱਥੋਂ ਜਨਮ ਲਿਆ। ਇਸ ਚਿੱਤਰ ਉੱਪਰ ਸਪੇਨ ਵਿੱਚ ਪਾਬੰਦੀ ਲੱਗੀ ਰਹੀ। ਸਪੇਨ ਦੇ ਫਾਸੀਵਾਦੀ ਸ਼ਾਸਕ ਫਰਾਂਕੋ ਦੀ ਮੌਤ ਤੋਂ 8 ਸਾਲ ਬਾਅਦ ਇਹ ਚਿੱਤਰ ਸਪੇਨ ਵਿੱਚ ਦਾਖਲ ਹੋ ਸਕਿਆ, ਜਿਸ ਤੋਂ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਝੂਠ ਸੱਚ ਤੋਂ ਕਿੰਨਾ ਡਰਦਾ ਹੈ। ਲੇਖਕ ਆਪਣੇ ਇਸ ਨਿਬੰਧ ਵਿੱਚ ਦੱਸਦਾ ਹੈ ਕਿ ਇਸ ਵੇਲੇ ਇਹ ਮੌਲਿਕ ਚਿੱਤਰ ਮੈਡਰਿਕ ਦੇ ਰੇਨੀਆ ਸੋਫੀਆ ਕੌਮੀ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਹੈ। ਇਸ ਚਿੱਤਰ ਨੂੰ ਦੇਖਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਇਹ ਚਿੱਤਰ ਅੱਜ ਵੀ ਮਨੁੱਖੀ ਬਰਬਾਦੀ ਨੂੰ ਇਸ ਗੱਲ ਦੀ ਗੰਭੀਰ ਚੇਤਾਵਨੀ ਹੈ ਕਿ ਜੇ ਹਿਟਲਰ ਵਾਂਗ ਬੁਸ਼ ਪ੍ਰਦਰਸ਼ਨ ਨੂੰ ਵੀ ਆਪਣੀ ਹਿੰਡ ਪਗਾਉਣ ਦਿੱਤੀ ਗਈ ਤਾਂ ਇਰਾਕ ਦੇ ਲੋਕਾਂ ਨੂੰ ਅਤੇ ਨਾ ਜਾਣੇ ਹੋਰ ਕਿੰਨਾ ਲੋਕਾਂ ਨੂੰ ਕਿਤੇ ਵਿਸ਼ਾਲ ਪੱਧਰ ਉੱਤੇ ਗੁਇਰਨਿਕਾ ਜਿਹੇ ਅਜ਼ਾਬ ਵਿੱਚੋਂ ਲੰਘਣਾ ਪਏਗਾ। ਗੁਇਰਨਿਕਾ ਚਿੱਤਰ ਦੀ ਠੀਕ ਇਹੀ ਚੇਤਾਵਨੀ ਹੈ ਜਿਹੜੀ ਇਸ ਦੇ ਪ੍ਰਦਰਸ਼ਕਾਂ ਨੂੰ ਟੁੰਬਦੀ ਹੈ ਤੇ ਆਵਾਜ਼ ਉਠਾਉਣ ਲਈ ਪ੍ਰੇਰਦੀ ਹੈ। ਇੱਕ ਅਮਰੀਕੀ ਲੇਖਕ ਮਾਰਟਿਨ ਰਸਲ ਅਨੁਸਾਰ ਸੱਚਮੁੱਚ ਇਸ ਪੇਂਟਿੰਗ ਨੇ ਯੁੱਧ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਸ਼ਕਤੀਆਂ ਨੂੰ ਮੂੰਹ ਚੜਾਇਆ ਹੈ ਅਤੇ ਭੈੜੀਆਂ ਨਜ਼ਰਾਂ ਨਾਲ ਵੇਖਿਆ ਹੈ। ਇਸ ਪੇਂਟਿੰਗ ਨਾਲ ਉਹਨਾਂ ਲੋਕਾਂ ਦਾ ਘੋਰ ਅਪਮਾਨ ਹੋਇਆ ਹੈ ਜਿਹੜੇ ਜੰਗ ਜਿੱਤਣ ਨੂੰ ਆਪਣੀ ਬਹਾਦਰੀ ਸਮਝਦੇ ਹਨ। ਜਿੱਥੇ ਇਹ ਪੇਂਟਿੰਗ ਜੰਗ ਪਸੰਦ ਲੋਕਾਂ ਲਈ ਤਾਨਾ ਹੈ, ਉੱਥੇ ਇਹ ਪੇਂਟਿੰਗ ਮਨੁੱਖ ਦੇ ਦਰਦਾਂ ਦੀ ਦਾਸਤਾਨ ਵੀ ਹੈ। ਭਾਵੇਂ ਅਮਰੀਕਾ ਦੇ ਇਰਾਕ ਉੱਤੇ ਹਮਲਾ ਕਰਨ ਦੇ ਮਨਸੂਬਿਆਂ ਦੀ ਸ਼ੁਰੂਆਤ ਸਮੇਂ ਇਸ ਪੇਂਟਿੰਗ ਦੀ ਬਹੁਤ
ਪ੍ਰਸ਼ੰਸਾ ਹੋ ਰਹੀ ਹੈ ਅਤੇ ਇਹ ਚਰਚਿਤ ਪੇਂਟਿੰਗ ਬਣ ਗਈ ਹੈ। ਪਰ ਅਜਿਹਾ ਨਹੀਂ ਕਿ ਇਸ ਤੋਂ ਪਹਿਲਾਂ ਇਸ ਦੀ ਚਰਚਾ ਵਿਸ਼ਵ ਪੱਧਰ ਉੱਤੇ ਨਹੀਂ ਸੀ, ਸਗੋਂ ਇਹ ਪੇਂਟਿੰਗ ਵਿਸ਼ਵ ਪੱਧਰ ਉੱਤੇ ਸ਼ਾਂਤੀ ਦੇ ਪ੍ਰਤੀਕ ਵਜੋਂ ਚਰਚਿਤ ਰਹੀ ਹੈ। ਉੱਘੇ ਬਰਤਾਨਵੀ ਕਲਾ ਆਲੋਚਕ ਹਰਬਰਟ ਰੀਡ ਨੇ ਉਨੀ ਦਿਨੀ ਇਸ ਚਿੱਤਰ ਨੂੰ ਅਨਿਆਈ ਜੰਗ ਵਿਰੁੱਧ ਰੋਹ ਤੇ ਨਫ਼ਰਤ ਦੀ ਅਜਿਹੀ ਵਿਆਪਕ ਪੁਕਾਰ ਕਰਾਰ ਦਿੱਤਾ ਸੀ, ਜਿਹੜੀ ਪ੍ਰਤਿਭਾਸ਼ਾਲੀ ਚਿੱਤਰਕਾਰ ਪਿਕਾਸੋ ਦੀ ਕਲਾਤਮਕ ਸ਼ੋਅ ਦੇ ਸਦਕਾ ਹੀ ਹੋਂਦ ਵਿੱਚ ਆ ਸਕਦੀ ਸੀ। ਗੁਇਰਨਿਕਾ ਪੇਂਟਿੰਗ ਨੂੰ ਉਜਾਗਰ ਕਰਦਾ ਇਹ ਗਲੀਚਾ ਸੰਯੁਕਤ ਰਾਸ਼ਟਰ ਨੂੰ ਨਿਊਯਾਰਕ ਸਟੇਟ ਦੇ ਸਾਬਕਾ ਗਵਰਨਰ ਨੈਲਸਨ ਰਾਕਫੈਲਰ ਨੇ 1985 ਵਿੱਚ ਤੋਹਫੇ ਵਜੋਂ ਭੇਂਟ ਕੀਤਾ ਸੀ। ਉਹਨਾਂ ਇਹ ਅਦਭੁਤ ਤੋਹਫਾ ਸ਼ਾਇਦ ਇਹ ਖਿਆਲ ਨਾਲ ਭੇਂਟ ਕੀਤਾ ਸੀ ਕਿ ਆਪਣੇ ਜੰਗ ਵਿਰੋਧੀ ਸੁਨੇਹੇ ਨਾਲ ਇਹੀ ਚਿੱਤਰ ਸੰਯੁਕਤ ਰਾਸ਼ਟਰ ਦੇ ਅਮਨ ਅਤੇ ਸੁਰੱਖਿਆ ਦੇ ਉਦੇਸ਼ ਦਾ ਸ਼ਕਤੀਸ਼ਾਲੀ ਪੂਰਕ ਸਾਬਤ ਹੋਵੇਗਾ। ਪਰ ਉਸ ਸਮੇਂ ਮਿਸਟਰ ਰਾਕਫੈਲਰ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਕਿਸੇ ਦਿਨ ਇਸ ਚਿੱਤਰ ਨੂੰ ਇਸ ਲਈ ਲੁਕਾਉਣਾ ਪਏਗਾ ਕਿ ਇਸ ਦਾ ਸੁਨੇਹਾ ਉਸਦੇ ਦੇਸ਼ ਦੀ ਵੇਲੇ ਦੀ ਸਰਕਾਰ ਦੀਆਂ ਆਕ੍ਰਮਕ ਨੀਤੀਆਂ ਲਈ ਫਿਟਕਾਰ ਬਣ ਜਾਏਗਾ। ਹੁਣ ਆਪਾਂ ਫਿਰ ਵਾਪਸ ਕੋਲਿਨ ਪਾਵਲ ਦੇ ਉਸ ਭਾਸ਼ਣ ਉੱਤੇ ਆਉਂਦੇ ਹਾਂ, ਜਿਹੜਾ ਕਿ 85 ਮਿੰਟਾਂ ਦਾ ਸੀ ਤੇ ਜਿਸ ਭਾਸ਼ਣ ਵਿੱਚ ਉਸਨੇ ਇਰਾਕ ਦੇ ਖਿਲਾਫ ਦੋਸ਼ ਪੱਤਰ ਪੇਸ਼ ਕਰਨਾ ਸੀ। ਭਾਵੇਂ ਇਹ ਦੋਸ਼ ਪੱਤਰ ਪੜ੍ਹਨ ਸਮੇਂ ਸਟੇਜ ਤੇ ਆਉਣ ਵੇਲੇ ਕੋਲਿਨ ਪਾਵਲ ਨੇ ਪੂਰਨ ਰੂਪ ਵਿੱਚ ਇਸ ਗੁਇਰਨਿਕਾ ਚਿੱਤਰ ਪੇਸ਼ ਕਰਦੇ ਗਲੀਚੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ, ਪਰ ਲੋਕਾਂ ਨੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਤੇ ਉਹਨਾਂ ਨੇ ਆਪਣਾ ਰੋਸ ਜ਼ਾਹਰ ਵੀ ਕੀਤਾ। ਸਿਰਫ ਗੁਇਰਨਿਕਾ ਚਿੱਤਰ ਹੀ ਨਹੀਂ, ਸਗੋਂ ਪਾਬਲੋ ਪਿਕਾਸੋ ਦਾ ਚਿੱਤਰ ਘੁੱਗੀ ਤੇ ਮੁਸਕਰਾਉਂਦੇ ਮਨੁੱਖੀ ਚਿਹਰੇ ਵੀ ਅਜਿਹਾ ਚਿੱਤਰ ਸੀ ਜਿਹੜਾ ਸ਼ਾਂਤੀ ਦਾ ਪ੍ਰਤੀਕ ਸੀ ਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਸੀ ਅਤੇ ਸ਼ਾਂਤੀ ਦੇ ਹੱਕ ਵਿੱਚ ਅਤੇ ਜੰਗ ਦੇ ਵਿਰੋਧ ਵਿੱਚ ਖੜਨ ਵਾਲੇ ਜਾਂ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੇ ਹੱਥਾਂ ਵਿੱਚ ਇਹ ਚਿੱਤਰ ਵੀ ਵੇਖਿਆ ਜਾ ਸਕਦਾ ਸੀ। ਇਸ ਤਰੀਕੇ ਨਾਲ ਪਾਬਲੋ ਪਿਕਾਸੋ ਵਿਸ਼ਵ ਪੱਧਰ ਤੇ ਸ਼ਾਂਤੀ ਦੇ ਪ੍ਰਤੀਕ ਚਿੱਤਰਕਾਰ ਵਜੋਂ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ। ਤੇ ਇਕੱਲਾ ਪਿਕਾਸੋ ਹੀ ਨਹੀਂ, ਜਿਸ ਦੀ ਮਾਨਵਵਾਦੀ ਕਲਾ ਰੋਸ ਲਹਿਰ ਦੀ ਜ਼ੁਬਾਨ ਬਣ ਰਹੀ ਹੈ। ਅੱਜ ਦੇ ਅਤੇ ਪਿਛਲੀ ਸਦੀ ਦੇ ਅਜਿਹੇ ਬਹੁਤ ਸਾਰੇ ਕਲਾਕਾਰਾਂ ਦੀਆਂ ਕਿਰਤਾਂ ਦੀਆਂ ਨੁਮਾਇਸ਼ਾਂ ਥਾਂ-ਥਾਂ ਉੱਤੇ ਲੱਗ ਰਹੀਆਂ ਹਨ, ਜਿਨ੍ਹਾਂ ਨੇ ਬੇਲੋੜੀਆਂ ਜੰਗਾਂ ਹੱਥੋਂ ਹੋਣ ਵਾਲੀ ਤਬਾਹੀ ਤੇ ਮਨੁੱਖਤਾ ਦੀ ਬੇਪੱਤੀ ਨੂੰ ਆਪਣੀਆਂ ਤਸਵੀਰਾਂ ਵਿੱਚ ਚਿਤਰਿਆ ਜਾਂ ਚਿੱਤਰ ਰਹੇ ਹਨ। ਅਜਿਹੀ ਇੱਕ ਨੁਮਾਇਸ਼ ਜਰਮਨ ਕਲਾਕਾਰ ਕੈਥੀ ਕੋਲਵਿਟਜ਼ ਦੇ ਚਿੱਤਰਾਂ ਦੀ ਅੱਜ-ਕੱਲ੍ਹ ਓਨਟਾਰੀਓ ਦੀ ਆਰਟ ਗੈਲਰੀ ਵਿੱਚ ਲੱਗੀ ਹੋਈ ਹੈ। ਇਹ ਗੱਲ ਦੱਸਦਾ ਹੋਇਆ ਲੇਖਕ ਅੱਗੇ ਲਿਖਦਾ ਹੈ ਕਿ ਇਹਨਾਂ ਚਿੱਤਰਾਂ ਦੀ ਨੁਮਾਇਸ਼ ਦੇਖਣ ਪਿੱਛੋਂ ਟੋਰਾਂਟੋ ਸਟਾਰ ਦੀ ਮਿਸ਼ੈਲ ਲੈਂਡਸਬਰਗ ਨੇ ਲਿਖਿਆ ਹੈ, ਇਹ ਇੱਕ ਅਜਿਹਾ ਆਰਟ ਹੈ ਜਿਹੜਾ ਉਪਭਾਵੁਕਤਾ ਤੋਂ ਆਜ਼ਾਦ ਹੈ ਤੇ ਕਠੋਰ ਹਕੀਕਤਾਂ ਨੂੰ ਦਰਸਾਉਂਦਾ ਹੈ। ਇਸ ਆਰਟ ਅੱਗੇ ਜੰਗ ਬਾਰੇ ਸੰਦੇਹ ਤੇ ਇਨਕਾਰ ਖੇਰੂ ਹੋ ਜਾਂਦੇ ਹਨ ਤੇ ਤੁਸੀਂ ਧੁਰ ਅੰਦਰ ਤੀਕ ਝੰਜੋੜੇ ਜਾਂਦੇ ਹੋ। ਲੇਖਕ ਅੱਗੇ ਲਿਖਦਾ ਹੈ ਕਿ ਕੋਲਵਿਟਸ ਨੇ ਆਪਣੇ ਚਿੱਤਰ 20ਵੀਂ ਸਦੀ ਦੇ ਸ਼ੁਰੂ ਵਿੱਚ ਸਿਰਜੇ ਸਨ ਤੇ ਇਹ ਜੰਗਾਂ ਵਿੱਚ ਹੋਣ ਵਾਲੀ ਬੁੱਧੀਹੀਣ ਤਬਾਹੀ ਨੂੰ ਚਿੱਤਰਦੇ ਹਨ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਯੂਨੀਵਰਸਿਟੀਆਂ, ਆਰਟ ਗੈਲਰੀਆਂ ਅਤੇ ਕਲਾ ਪਾਰਖੂਆਂ ਦੀ ਪਹਿਲ ਕਦਮੀ ਉੱਤੇ ਅਜਿਹੇ ਚਿੱਤਰਾਂ ਤੇ ਪੋਸਟਰਾਂ ਦੀਆਂ ਨੁਮਾਇਸ਼ਾਂ ਵੀ ਲੱਗ ਰਹੀਆਂ ਹਨ, ਜਿਨ੍ਹਾਂ ਤੋਂ ਵੀਅਤਨਾਮ, ਕੋਰੀਆ, ਦੱਖਣੀ ਅਮਰੀਕਾ ਤੇ ਅਫਰੀਕਾ ਵਿੱਚ ਅਮਰੀਕਾ ਦੇ ਸੈਨਿਕ ਦਖਲ ਵਿਰੁੱਧ ਰੋਹ ਦਾ ਪ੍ਰਗਟਾਵਾ ਹੁੰਦਾ ਰਿਹਾ ਹੈ ਜਾਂ ਹੋ ਰਿਹਾ ਹੈ, ਜਿਹੜੇ ਫਲਸਤੀਨ ਤੇ ਪੱਛਮੀ ਏਸ਼ੀਆ ਦਾ ਸੰਤਾਪ ਬਿਆਨ ਕਰਦੇ ਹਨ ਤੇ ਜਿਨ੍ਹਾਂ ਵਿੱਚੋਂ ਇਰਾਕ ਦੇ ਲੋਕਾਂ ਦੀ ਵੇਦਨਾ ਪੜ੍ਹੀ ਜਾ ਸਕਦੀ ਹੈ। ਲੇਖਕ ਇੱਥੇ ਇੱਕ ਹੋਰ ਪੇਂਟਿੰਗ ਪ੍ਰਦਰਸ਼ਨੀ ਬਾਰੇ ਗੱਲ ਕਰਦਾ ਹੈ। ਮਿਸੀਗਾਸਾ ਕੈਨੇਡਾ ਦਾ ਇੱਕ ਸ਼ਹਿਰ ਹੈ ਜਿੱਥੇ ਸਿਟੀ ਸੈਂਟਰ ਦੀ ਆਰਟ ਗੈਲਰੀ ਵਿੱਚ ਇੱਕ ਪ੍ਰਦਰਸ਼ਨੀ ਲੱਗੀ ਹੈ ਤੇ ਉਸ ਪ੍ਰਦਰਸ਼ਨੀ ਵਿੱਚ ਭਾਰਤੀ ਮੂਲ ਦੇ ਬੁੱਤਸਾਜ ਅਤੇ ਚਿੱਤਰਕਾਰ ਯੰਗੋ ਵਰਮਾ ਦੀ ਇੱਕ ਡਰਾਇੰਗ ਵੀ ਇਸ ਨੁਮਾਇਸ਼ ਵਿੱਚ ਰੱਖੀ ਗਈ। ਯੰਗੋ ਵਰਮਾ ਦੇ ਸੱਦੇ ਉੱਤੇ ਮੈਂ ਇਸ ਨੁਮਾਇਸ਼ ਦੇਖਣ ਗਿਆ ਸਾਂ। ਸਾਡੇ ਨਾਲ ਪਾਕਿਸਤਾਨੀ ਸ਼ਹਿਰ ਆਜ਼ਾਦ ਦਾਨਿਸ਼ ਵੀ ਸੀ। ਨੁਮਾਇਸ਼ ਵਿੱਚ ਪ੍ਰਦਰਸ਼ਿਤ ਅਜਿਹੀਆਂ ਕਈ ਕਲਾਕ੍ਰਿਤਾਂ ਸਨ ਜਿਹੜੀਆਂ ਰੰਗਾਂ ਦੀ ਵਰਤੋਂ, ਆਕਾਰ ਦੀ ਰਚਨਾ, ਸ਼ੈਲੀ ਤੇ ਵਿਸ਼ੇ ਦੇ ਪੱਖ ਤੋਂ ਵਰਣਨਯੋਗ ਸਨ ਤੇ 4 ਅੰਕਾਂ ਵਿੱਚ ਲਿਖੇ ਮੁੱਲੋਂ ਵੀ ਮਹਿੰਗੀਆਂ ਨਹੀਂ ਸਨ। ਪਰ ਮੈਂ ਇੱਥੇ ਅੱਜ ਕੇਵਲ ਇੱਕ ਪੇਂਟਿੰਗ ਦਾ ਹੀ ਜ਼ਿਕਰ ਕਰਨਾ ਚਾਹੁੰਦਾ ਹਾਂ ਤੇ ਅੱਗੇ ਲੇਖਕ ਨੇ ਜਿਸ ਪੇਂਟਿੰਗ ਦਾ ਜ਼ਿਕਰ ਕੀਤਾ ਹੈ ਉਹ ਪੇਂਟਿੰਗ ਇਰਾਕ ਦੀ ਮੂਲ ਨਿਵਾਸੀ ਦਾਨੀਆ ਉਬੈਦੀ ਦਾ ਹੈ। ਇਸ ਪੇਂਟਿੰਗ ਦਾ ਨਾਂ ਹੈ
ਇਸ ਸੰਸਾਰ ਦੇ ਲੋਕ। ਇਸ ਵਿੱਚ ਉਸਨੇ ਸੋਗ ਵਿੱਚ ਡੁੱਬੇ 4 ਮਨੁੱਖਾਂ ਦੇ ਚਿਹਰੇ ਬਣਾਏ ਹਨ, ਜਿਹੜੇ ਚਿਹਰੇ ਇਸ ਵਿਸ਼ਵ ਨੂੰ ਦਰਸਾ ਰਹੇ ਹਨ। ਲੇਖਕ ਇਸ ਨਿਬੰਧ ਵਿੱਚ ਉੱਥੇ ਵਾਪਰਿਆ ਇੱਕ ਵਾਕਿਆ ਦੱਸਦਾ ਹੈ ਕਿ ਜਦੋਂ ਉਹ ਉਸ ਪੇਂਟਿੰਗ ਨੂੰ ਦੇਖ ਰਿਹਾ ਸੀ ਤਾਂ ਉਸ ਪੇਂਟਿੰਗ ਦੀ ਸਿਰਜਣਹਾਰ ਦਾਨੀਆ ਉਬੈਦੀ ਵੀ ਉੱਥੇ ਸੀ, ਜੋ ਕਿ ਛੋਟੇ-ਛੋਟੇ ਬੱਚਿਆਂ ਨੂੰ, ਖਾਸ ਕਰ ਲੜਕੀਆਂ ਨੂੰ ਉਸ ਪੇਂਟਿੰਗ ਬਾਰੇ ਸਮਝਾ ਰਹੀ ਸੀ। ਜਦੋਂ ਲੇਖਕ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਅਸੀਂ ਸਾਰੇ ਇਰਾਕੀ ਹਾਂ। ਦਾਨੀਆ ਉਬੈਦੀ ਆਪਣੀ ਇਸ ਪੇਂਟਿੰਗ ਬਾਰੇ ਬੱਚਿਆਂ ਨੂੰ ਦੱਸ ਤਾਂ ਭਾਵੇਂ ਰਹੀ ਸੀ, ਪਰ ਉਸ ਨੂੰ ਇਸ ਗੱਲ ਦਾ ਤੌਖਲਾ ਵੀ ਸੀ ਕਿ ਕਿਤੇ ਲੋਕਾਂ ਨੂੰ ਉਸ ਦੇ ਇਰਾਕੀ ਹੋਣ ਦਾ ਪਤਾ ਨਾ ਲੱਗ ਜਾਵੇ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਬਵਾਲ ਖੜਾ ਹੋ ਸਕਦਾ ਸੀ। ਅੱਗੇ ਲੇਖਕ ਦੱਸਦਾ ਹੈ ਕਿ ਮੈਂ ਉਸ ਤੋਂ ਪੁੱਛਿਆ, ਤੁਹਾਡੇ ਪਾਤਰ ਇੰਨੇ ਮਾਯੂਸ ਕਿਉਂ ਹਨ? ਕੀ ਉਹਨਾਂ ਦੀਆਂ ਨਜ਼ਰਾਂ ਨੂੰ ਅਜਿਹਾ ਕੋਈ ਦਸਦਾ ਨਸੀਬ ਨਹੀਂ ਹੋਇਆ ਜਿੱਥੋਂ ਉਹਨਾਂ ਨੂੰ ਆਸ ਦੀ ਕੋਈ ਲੋ ਟਿਮਟਮਾਉਂਦੀ ਲੱਭ ਸਕੇ? ਤਾਂ ਦਾਨੀਆ ਨੇ ਕਿਹਾ, ਹੈ ਕੋਈ ਅਜਿਹਾ ਦਿਸਦਾ ਅੱਜ ਦੀ ਦੁਨੀਆ ਵਿੱਚ ਕਿਸੇ ਥਾਂ? ਇਹ ਉਸ ਦੀ ਅੰਦਰਲੀ ਪੀੜ ਬੋਲ ਰਹੀ ਸੀ। ਤੇ ਜਿਹੜੀਆਂ ਬੱਚੀਆਂ ਨੂੰ ਉਹ ਆਪਣੀ ਇਹ ਤਸਵੀਰ ਜਾਂ ਪੇਂਟਿੰਗ ਸਮਝਾ ਰਹੀ ਸੀ, ਉਹ ਵੀ ਇਰਾਕੀ ਬੱਚੀਆਂ ਹੀ ਸਨ। ਤੇ ਉਹਨਾਂ ਦੇ ਮਾਸੂਮ ਚਿਹਰਿਆਂ ਨੂੰ ਵੇਖ ਕੇ ਇੱਕ ਗੱਲ ਬੜੀ ਦੁੱਖ ਦੇ ਰਹੀ ਸੀ। ਉਹ ਇਹ ਸੀ ਕਿ ਜੇਕਰ ਅਮਰੀਕਾ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਗਿਆ ਤਾਂ ਅਜਿਹੇ ਕਿੰਨੇ ਹੀ ਮਾਸੂਮ ਚਿਹਰੇ ਇਸ ਦੁਨੀਆ ਤੋਂ ਸਿਰਫ ਅਮਰੀਕਾ ਦੀ ਹੈਂਕੜਬਾਜ਼ੀ ਕਰਕੇ ਚਲੇ ਜਾਣਗੇ। ਲੇਖਕ ਇਸ ਨਿਬੰਧ ਵਿੱਚ ਅੱਗੇ ਦੱਸਦਾ ਹੈ ਕਿ ਇੱਕ ਸੰਸ਼ੇ ਨੇ ਮੈਨੂੰ ਅਚੇਤ ਹੀ ਘੇਰ ਲਿਆ ਕਿ ਜੇ ਕਿਤੇ ਅਮਰੀਕਾ ਨੇ ਇਰਾਕ ਉੱਤੇ ਹਮਲਾ ਕਰ ਦਿੱਤਾ, ਜਿਹੜਾ ਕਿ ਯਕੀਨੀ ਜਾਪਦਾ ਹੈ, ਤਾਂ ਇਹਨਾਂ ਜਿੰਦਾ ਦਿਲ ਖੁਸ਼ ਖਲਕ ਇਰਾਕੀ ਸੂਰਤਾਂ ਵਰਗੀਆਂ ਕਿੰਨੀਆਂ ਸੂਰਤਾਂ ਬਗਦਾਦ, ਬਸਰੇ ਤੇ ਇਰਾਕ ਦੇ ਹੋਰ ਸ਼ਹਿਰਾਂ ਤੇ ਕਸਬਿਆਂ ਵਿੱਚ ਵਰਦੀ ਅੱਗ ਮੌਤ ਦੇ ਤਬਾਹੀ ਦੀ ਭੇਂਟ ਚੜ੍ਹ ਜਾਣਗੀਆਂ। ਲੇਖਕ ਇੱਥੇ ਇਰਾਕ ਦੇ ਅੰਦਰੂਨੀ ਰਾਜਨੀਤਿਕ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਦਾਨੀਆ ਤੇ ਉਸ ਦਾ ਪਰਿਵਾਰ ਸਦਾਮ ਹਕੂਮਤ ਦਾ ਸਤਾਇਆ ਹੋਇਆ ਕੈਨੇਡਾ ਆਇਆ ਹੋਵੇ, ਪਰ ਉਸ ਨੂੰ ਇਸ ਗੱਲ ਦਾ ਕੀ ਧਰਵਾਸ ਕਿ ਸਦਾਮ ਨੂੰ ਕੋਈ ਸਜ਼ਾ ਮਿਲਦੀ ਹੈ ਜਾਂ ਨਹੀਂ। ਉਹ ਜਾਣਦੀ ਹੈ ਕਿ ਅਮਰੀਕੀ ਵਹਿਸ਼ੀ ਹਮਲੇ ਦਾ ਕਟਕ ਤਾਂ ਅਸਲ ਵਿੱਚ ਇਰਾਕ ਦੇ ਸਧਾਰਨ ਲੋਕਾਂ ਨੂੰ ਆਪਣੀਆਂ ਜਾਨਾਂ ਉੱਤੇ ਝੱਲਣਾ ਪੈਣਾ ਹੈ। ਲੋਕ ਜਿਨ੍ਹਾਂ ਵਿੱਚ ਹਰ ਇਰਾਕੀ ਪ੍ਰਵਾਸੀ ਦੇ ਪਿਆਰੇ ਦੋਸਤ, ਮਿੱਤਰ ਤੇ ਸਾਕ ਸੰਬੰਧੀ ਵੀ ਸ਼ਾਮਲ ਹੋਣਗੇ। ਇਸ ਗੱਲ ਤੋਂ ਵੀ ਕੋਈ ਇਰਾਕੀ ਪ੍ਰਵਾਸੀ ਕੀ ਤਸੱਲੀ ਹਾਸਲ ਕਰ ਸਕਦਾ ਹੈ ਕਿ ਜਦੋਂ ਸਦਾਮ ਚਲਾ ਗਿਆ ਤਾਂ ਉਸ ਦੀ ਅਭਾਗੀ ਧਰਤੀ ਦਾ ਬੋਝ ਹੌਲਾ ਹੋਣ ਦੀ ਥਾਂ ਵਿਦੇਸ਼ੀ ਫੌਜ ਦੇ ਬੂਟਾਂ ਹੇਠ ਹੋਰ ਅਸਹਿ ਹੋ ਜਾਵੇਗਾ ਅਤੇ ਉਸ ਦੇ ਫਰੀਬ ਦੇਸ਼ ਦੇ ਅਥਾਹ ਵਸੀਲੇ ਉਸ ਤੋਂ ਹਥਿਆ ਲਏ ਜਾਣਗੇ। ਲੇਖਕ ਦੀਆਂ ਇਹਨਾਂ ਗੱਲਾਂ ਦਾ ਅਰਥ ਹੈ ਕਿ ਸਦਾਮ ਹੁਸੈਨ ਵੀ ਇਰਾਕ ਵਿੱਚ ਲੋਕਾਂ ਉੱਤੇ ਘੋਰ ਅਤਿਆਚਾਰ ਕਰ ਰਿਹਾ ਸੀ, ਪਰ ਇਸ ਦਾ ਅਰਥ ਇਹ ਨਹੀਂ ਕਿ ਜੇ ਸਦਾਮ ਹੁਸੈਨ ਮਰ ਗਿਆ ਜਾਂ ਅਮਰੀਕਾ ਦੁਆਰਾ ਉਸ ਨੂੰ ਮਾਰ ਦਿੱਤਾ ਗਿਆ ਤਾਂ ਲੋਕਾਂ ਦਾ ਭਲਾ ਹੋ ਜਾਵੇਗਾ, ਬਲਕਿ ਅਮਰੀਕਾ ਖੁਦ ਇਰਾਕ ਨੂੰ ਲੁੱਟਣ ਲਈ ਇੱਥੇ ਹਮਲਾ ਕਰੇਗਾ, ਭਾਵੇਂ ਉਸ ਦੇ ਰਾਜਨੀਤਿਕ ਪੈਂਤੜੇ ਕੁਝ ਵੀ ਦੱਸ ਰਹੇ ਹੋਣ। ਇਸ ਨਿਬੰਧ ਦੇ ਅਖੀਰ ਵਿੱਚ ਲੇਖਕ ਕਹਿੰਦਾ ਹੈ ਕਿ ਉਹਨਾਂ ਲਈ ਇਹ ਪ੍ਰਪੇਖ ਵੀ ਘੱਟ ਡਰਾਉਣਾ ਨਹੀਂ ਹੋ ਸਕਦਾ ਕਿ ਅਮਰੀਕੀ ਹਮਲੇ ਦੇ ਸਿੱਟੇ ਵਜੋਂ ਅਜਿਹੇ ਹਾਲਾਤ ਪੈਦਾ ਹੋ ਜਾਣ ਜਿਨ੍ਹਾਂ ਦਾ ਫਾਇਦਾ ਉਠਾ ਕੇ ਮੂਲਵਾਦੀ ਅੰਸ਼ ਅੱਗੇ ਆ ਜਾਣ, ਉਂਝ ਹੀ ਜਿਵੇਂ ਇਰਾਕ ਤੇ ਅਫਗਾਨਿਸਤਾਨ ਵਿੱਚ ਹੋਇਆ। ਅਜਿਹੇ ਅੰਸ਼ਾਂ ਦੇ ਅੱਗੇ ਆਉਣ ਦਾ ਅਰਥ ਇਹ ਹੋਵੇਗਾ ਕਿ ਔਰਤਾਂ ਦੇ ਹੱਥਾਂ ਵਿੱਚੋਂ ਬੁਰਸ਼, ਰੰਗ ਤੇ ਕਲਮਾਂ, ਵਿੱਦਿਆ ਅਤੇ ਆਜ਼ਾਦੀ ਸਮੇਤ ਸਾਰੇ ਮਨੁੱਖੀ ਹੱਕ ਖੋਹ ਲਏ ਜਾਣਗੇ ਤੇ ਦੇਸ਼ ਦੀ ਸਾਰੀ ਵਸੋਂ ਤਵੱਸਬ ਤੇ ਤੰਗ ਨਜ਼ਰੀ ਦੀ ਜਕੜ ਵਿੱਚ ਆ ਜਾਵੇਗੀ। ਕਹਿਣ ਦਾ ਭਾਵ ਹੈ ਕਿ ਜੇਕਰ ਇਰਾਕ ਦੇ ਮੂਲਵਾਦੀਆਂ ਦੇ ਹੱਥ ਸਾਰੀ ਸੱਤਾ ਸ਼ਕਤੀ ਆ ਗਈ ਤਾਂ ਇਹ ਵੀ ਹੋ ਸਕਦਾ ਹੈ ਕਿ ਇਸਲਾਮ ਅਨੁਸਾਰ ਔਰਤਾਂ ਨੂੰ ਤੇ ਹੇਠਲੇ ਦਰਜੇ ਦੇ ਲੋਕਾਂ ਨੂੰ ਇੰਨਾ ਦਬਾ ਕੇ ਰੱਖਿਆ ਜਾਵੇ ਕਿ ਉਹਨਾਂ ਦੀ ਜ਼ਿੰਦਗੀ ਦੀ ਹੋਂਦ ਖਤਮ ਹੀ ਹੋ ਜਾਵੇ। ਸੋ ਇਸ ਤਰ੍ਹਾਂ ਇਰਾਕ 3 ਪੱਖਾਂ ਤੋਂ ਮਾਰ ਵਿੱਚ ਆ ਰਿਹਾ ਹੈ। ਪਹਿਲਾ ਪੱਖ ਫਾਸੀਵਾਦੀਆਂ ਦਾ ਹੈ, ਦੂਸਰਾ ਪੱਖ ਮੂਲਵਾਦੀਆਂ ਦਾ ਹੈ ਅਤੇ ਤੀਸਰਾ ਪੱਖ ਅਮਰੀਕਾ ਹੈ, ਜਿਹੜਾ ਅਮਰੀਕਾ ਇਸ ਤੇ ਕਾਬਜ਼ ਹੋ ਕੇ ਇਸ ਨੂੰ ਲੁੱਟਣਾ ਚਾਹੁੰਦਾ ਹੈ ਅਤੇ ਫਾਸੀਵਾਦੀ ਆਪਣੇ ਤਰੀਕੇ ਨਾਲ ਦੇਸ਼ ਨੂੰ ਚਲਾਉਣਾ ਚਾਹੁੰਦੇ ਹਨ ਤੇ ਤੀਸਰੀ ਜਗ੍ਹਾ ਤੇ ਮੂਲਵਾਦੀ ਆਪਣੇ ਤਰੀਕਿਆਂ ਨਾਲ, ਆਪਣੇ ਪਰੰਪਰਾਵਾਦੀ ਤਰੀਕਿਆਂ ਨਾਲ ਦੇਸ਼ ਨੂੰ ਚਲਾਉਣਾ ਚਾਹੁੰਦੇ ਹਨ, ਜਿੱਥੇ ਸਮਾਜ ਦੀਆਂ ਬਹੁਤ ਸਾਰੀਆਂ ਧਿਰਾਂ ਨੂੰ ਬਿਲਕੁਲ ਦਬਾ ਕੇ ਰੱਖੇ ਜਾਣ ਦੀ ਸੰਭਾਵਨਾ ਬਣਦੀ ਹੈ। ਤੇ ਅੰਤਲੇ ਪਹਿਰੇ ਵਿੱਚ ਲੇਖਕ ਦੱਸਦਾ ਹੈ ਕਿ ਕੁਝ ਇਸੇ ਤਰ੍ਹਾਂ ਦੀਆਂ ਚਿੰਤਾਜਨਕ ਸੋਚਾਂ ਹੀ ਤਾਂ ਹਨ ਜਿਹੜੀਆਂ ਇਸ ਦੌਰ ਦੇ ਦਾਨੀਆਂ ਦੇ ਚਿੱਤਰ ਵਿਚਲੇ ਚਿਹਰਿਆਂ ਉੱਤੇ ਝੁਰੜੀਆਂ, ਤਿਉੜੀਆਂ ਅਤੇ ਓਰਿਆਂ ਦੀ ਸ਼ਕਲ ਵਿੱਚ ਉਕਰ ਰੱਖੀਆਂ ਸਨ। ਸੋ ਇਸ ਲੇਖ ਰਾਹੀਂ ਮੂਲ ਰੂਪ ਵਿੱਚ ਭਾਵੇਂ ਲੇਖਕ
ਅਮਰੀਕਾ ਦੇ ਇਰਾਕ ਉੱਤੇ ਹਮਲੇ ਦੇ ਖਿਲਾਫ ਹਾਂ ਦਾ ਨਾਅਰਾ ਮਾਰਨ ਦਾ ਉਪਰਾਲਾ ਕਰਦਾ ਹੈ। ਪਰ ਅਸਲ ਵਿੱਚ ਇਸ ਲੇਖ ਨੂੰ ਲਿਖਣ ਪਿੱਛੇ ਉਸ ਦਾ ਉਦੇਸ਼ ਇਹੀ ਹੈ ਕਿ ਇੱਕ ਤਾਂ ਵਿਸ਼ਵ ਪੱਧਰ ਉੱਤੇ ਕੋਈ ਵੀ ਦੇਸ਼ ਕਿਸੇ ਦੂਸਰੇ ਦੇਸ਼ ਨਾਲ ਨਾ ਲੜੇ, ਕਿਉਂਕਿ ਉਹਨਾਂ ਵਿੱਚ ਹੋਣ ਵਾਲੀ ਜੰਗ ਆਮ ਲੋਕਾਂ ਲਈ ਬਹੁਤ ਨੁਕਸਾਨਦੇਹ ਹੁੰਦੀ ਹੈ, ਅਤੇ ਦੂਸਰਾ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਕਹਿ ਲਵੋ ਜਾਂ ਸਮਰੱਥ ਦੇਸ਼ ਕਹਿ ਲਵੋ ਜਾਂ ਸ਼ਕਤੀਸ਼ਾਲੀ ਦੇਸ਼ ਕਹਿ ਲਵੋ, ਇਹਨਾਂ ਨੂੰ ਆਪਣੀ ਹੈਂਕੜਬਾਜ਼ੀ ਕਰਕੇ ਕਿਸੇ ਵੀ ਦੇਸ਼ ਦੇ ਅੰਦਰੂਨੀ ਅਤੇ ਰਾਜਨੀਤਿਕ ਹਾਲਾਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਅਤੇ ਕਿਸੇ ਵੀ ਦੇਸ਼ ਦੇ ਆਵਾਮ ਨੂੰ ਇਹ ਮਹਿਸੂਸ ਨਹੀਂ ਕਰਨ ਦੇਣਾ ਚਾਹੀਦਾ ਕਿ ਉਹਨਾਂ ਦੀ ਹੋਂਦ ਇਸ ਦੁਨੀਆ ਤੋਂ ਖਤਮ ਹੋ ਗਈ ਹੈ। ਸੋ ਵਿਦਿਆਰਥੀਓ, ਬੁਨਿਆਦੀ ਰੂਪ ਵਿੱਚ ਇੱਕ ਲਾਈਨ ਵਿੱਚ ਇਸ ਲੇਖ ਬਾਰੇ ਕਿਹਾ ਜਾ ਸਕਦਾ ਹੈ ਕਿ ਪਾਬਲੋ ਪਿਕਾਸੋ ਅਤੇ ਇਸੇ ਤਰ੍ਹਾਂ ਦੇ ਹੋਰ ਚਿੱਤਰਕਾਰਾਂ ਦੀਆਂ ਪੇਂਟਿੰਗਸ ਜਿਹੜੀਆਂ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਹਨ, ਉਹਨਾਂ ਦੇ ਖਿਲਾਫ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਦੁਨੀਆ ਵਿੱਚ ਜੰਗ ਕਰਨਾ ਚਾਹੁੰਦੇ ਹਨ, ਤਾਂ ਕਿ ਇਸ ਜੰਗ ਦਾ ਲਾਹਾ ਲੈ ਕੇ ਉਹ ਦੁਨੀਆ ਦੇ ਦੇਸ਼ਾਂ ਉੱਪਰ ਆਪਣਾ ਗਲਬਾ, ਆਪਣਾ ਦਾਅਵਾ, ਆਪਣੀ ਹੈਜਮਨੀ ਸਥਾਪਿਤ ਕਰ ਸਕਣ ਅਤੇ ਉਹਨਾਂ ਦੀ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਲੁੱਟ ਕਰ ਸਕਣ। ਤੇ ਲੇਖਕ ਇਸ ਤਰ੍ਹਾਂ ਦੀ ਲੁੱਟ ਦੇ ਖਿਲਾਫ ਪਾਬਲੋ ਪਿਕਾਸੋ ਦੇ ਚਿੱਤਰ ਨੂੰ ਅਗਰ ਭੂਮਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਲੇਖ ਬਾਰੇ ਪੂਰਨ ਸਮਝ ਆ ਗਈ ਹੋਵੇਗੀ। ਫਿਰ ਵੀ ਜੇ ਕਿਸੇ ਤਰ੍ਹਾਂ ਦੇ ਕੋਈ ਸਵਾਲ ਹੋਣ ਤਾਂ ਤੁਸੀਂ ਮੇਰੇ YouTube ਚੈਨਲ ਵਿੱਚ ਇਨਕੁਆਇਰੀ ਦੇ ਰੂਪ ਵਿੱਚ ਪਾ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਇਸ ਵੀਡੀਓ ਲੈਕਚਰ ਲਈ ਬਸ ਇੰਨਾ ਹੀ। ਅਗਲੇ ਨਿਬੰਧ ਉੱਪਰ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ। ਖੁਸ਼ ਰਹੋ, ਸਦਾ ਆਬਾਦ ਰਹੋ।